Welcome to Dr. Akmal Mukhtim's YouTube channel. Today we're going to be discussing the coronavirus, but Dr. Akmal will be speaking in Punjabi for all our Punjabi audience. My question for you, for all our Punjabi viewers, is that if they are in lockdown and they're suffering with anxiety because of this coronavirus and fear of getting it or treatment, what would you advise and suggest to them? ਸਵਾਲ ਹੈ ਕੀਤਾ ਗਿਆ ਹੈਗਾ ਕਿ ਜੇ ਅਗਰ ਤੁਸੀਂ ਕਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ ਪਰੇਸ਼ਾਨ ਹੋ, ਘਰ ਦੇ ਵਿੱਚ ਤੁਸੀਂ ਤੜੇ ਹੋਏ ਹੋ, ਤੇ ਫਿਰ ਉਸ ਦੇ ਲਈ ਤੁਸੀਂ ਕੀ ਕਰਨਾ ਹੈ? ਤੇ ਉਸ ਦਾ ਜਵਾਬ ਹੈਗਾ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ। ਸਭ ਤੋਂ ਪਹਿਲੇ ਤੇ ਅਹਿਮ ਚੀਜ਼ ਹੈਗੀ ਹੈ ਕਿ ਕਰੋਨਾ ਵਾਇਰਸ ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹੋ। ਤੁਸੀਂ ਇਹ ਜਾਣੋ ਕਿ ਕਰੋਨਾ ਵਾਇਰਸ ਹੈ ਕੀ, ਕਰੋਨਾ ਵਾਇਰਸ ਦੀ ਵਜੂਹਾਤ ਕੀ ਨੇ, ਹਕੂਮਤ ਉਸ ਦੇ ਬਾਰੇ ਦੇ ਵਿੱਚ ਕੀ ਕਹਿ ਰਹੀ ਹੈ, ਮਾਹਿਰੀਨ ਉਸ ਦੇ ਬਾਰੇ ਦੇ ਵਿੱਚ ਕੀ ਕਹਿ ਰਹੇ ਨੇ, ਕਿਸ ਤਰ੍ਹਾਂ ਉਹ ਲੱਗ ਸਕਦਾ ਹੈਗਾ, ਕਿਸ ਤਰ੍ਹਾਂ ਉਹ ਤੋਂ ਬਚਿਆ ਜਾ ਸਕਦਾ ਹੈਗਾ। ਔਰ ਜਿਸ ਵੇਲੇ ਤੁਸੀਂ ਆਪਣੇ ਆਪ ਨੂੰ ਮੁਕੰਮਲ ਤੌਰ ਦੇ ਉੱਤੇ ਉਸ ਦੀ ਆਗਾਹੀ ਕਰ ਲਓਗੇ, ਉਹਦੇ ਬਾਰੇ 'ਚ ਜਾਂਚ ਕਰ ਲਓਗੇ, ਉਹਦੇ ਬਾਰੇ ਤੁਹਾਨੂੰ ਇਲਮ ਹੋ ਜਾਏਗਾ, ਤੇ ਫਿਰ ਤੁਸੀਂ ਇਹ ਕਰਨਾ ਹੈਗਾ ਕਿ ਉਸ ਨੂੰ ਫਿਰ ਤੁਸੀਂ ਉਹਦੇ ਬਾਅਦ ਸੋਚੋ ਕਿ ਜਾਂ ਤੇ ਮੈਂ ਆਪਣੇ ਆਪ ਨੂੰ ਬਗੈਰ ਮੂੰਹ 'ਤੇ ਮਾਸਕ ਪਾਏ, ਬਗੈਰ ਦਸਤਾਨੇ ਪਾਏ ਬਾਜ਼ਾਰਾਂ 'ਚ ਫਿਰ ਰਿਹਾ ਜਾਂ ਫਿਰ ਰਹੀ ਹਾਂ, ਔਰ ਮੈਂ ਹਰ ਇੱਕ ਦੇ ਨਾਲ ਗਲੇ ਮਿਲ ਕੇ ਜੱਫੀਆਂ ਪਾ ਕੇ ਮਿਲ ਰਹੇ ਹਾਂ, ਹੱਥ ਮਿਲਾ ਰਹੇ ਹਾਂ, ਔਰ ਦੋਸਤਾਂ ਦੇ ਨਾਲ, ਔਰ ਆਪਣੇ ਆਪ ਨੂੰ ਤੁਸੀਂ ਇਸ ਤਰ੍ਹਾਂ ਖਤਰੇ 'ਚ ਪਾ ਰਹੇ ਹੋ। ਫਿਰ ਤਾਂ ਤੁਹਾਨੂੰ ਫਿਕਰ ਹੋਣੀ ਚਾਹੀਦੀ ਹੈ, ਔਰ ਲਾਜ਼ਮਨ ਫਿਕਰ ਹੋਣੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਇਹ ਕਰੋਨਾ ਸ਼ਾਇਦ ਹੋ ਹੀ ਜਾਵੇ, ਕਿਉਂਕਿ ਲੋਕਾਂ ਦੇ ਵਿੱਚ ਜ਼ਿਆਦਾ ਫੈਲਦਾ ਪਿਆ। ਔਰ ਇਹ ਕਿਹਾ ਜਾ ਰਿਹਾ ਹੈਗਾ ਕਿ ਤਕਰੀਬਨ 70, 80, 90% ਇਹਦਾ ਮਤਲਬ ਹੈ ਕਿ 100 ਚੋਂ ਹਰ 80 ਬੰਦੇ ਨੂੰ ਜਾਂ ਹਰ 10 'ਚ 8 ਬੰਦੇ ਨੂੰ ਇਹ ਹੋਣਾ ਹੈ। ਔਰ 100 ਚੋਂ 3 ਬੰਦੇ ਜਿਹੜੇ ਨੇ ਉਹ ਇਹਦੇ ਨਾਲ ਵਸਾਲ ਵੀ ਹੋ ਸਕਦਾ, ਉਹਨਾਂ ਦੀ ਮੌਤ ਵੀ ਵਾਕਿਆ ਹੋ ਸਕਦੀ ਹੈਗੀ ਹੈ, ਤੇ 100 ਚੋਂ 3 ਬੰਦਿਆਂ ਦੀ। ਤੇ ਇਸ ਵਜ੍ਹਾ ਦੇ ਨਾਲ ਤੁਹਾਨੂੰ ਇਹ ਸੋਚਣਾ ਪਏਗਾ ਕਿ ਤੁਸੀਂ ਆਪਣੇ ਆਪ ਨੂੰ ਕਿੰਨੇ ਖਤਰੇ 'ਚ ਪਾ ਰਹੇ ਹੋ। ਪਹਿਲੇ ਤੇ ਇਸ ਦਾ ਪਤਾ ਕਰੋ, ਕਿਉਂਕਿ ਜੋ ਤੁਹਾਡੀ ਪਰੇਸ਼ਾਨੀ ਹੈ ਜਾਂ ਤੁਹਾਡਾ ਫਿਕਰ ਜਿਹੜਾ ਹੈਗਾ ਉਹ ਇਸ ਦੇ ਮੁਤਾਬਿਕ ਹੋਣਾ ਚਾਹੀਦਾ। ਅਗਰ ਤੁਸੀਂ ਆਪਣੇ ਆਪ ਨੂੰ ਘਰ ਦੇ ਵਿੱਚ ਰੱਖਿਆ ਹੋਇਆ, ਤੁਸੀਂ ਆਪਣੇ ਹੱਥ ਧੋਂਦੇ ਹੈਗੇ ਹੋ, ਬਾਰ-ਬਾਰ ਆਪਣੇ ਆਪ ਨੂੰ ਸਾਫ਼ ਰੱਖਦੇ ਹੈਗੇ ਹੋ, ਔਰ ਉਹਦੇ ਇਲਾਵਾ ਤੁਸੀਂ ਲੋਕਾਂ ਦੇ ਨਾਲ ਗੱਲਾਂ ਬਾਤਾਂ ਦੇ ਵਿੱਚ ਫਾਸਲਾ ਰੱਖਦੇ ਹੋ, ਕੋਈ ਬੰਦਾ ਘਰ ਦੇ ਵਿੱਚ ਵੜਨ ਨਹੀਂ ਦਿੰਦੇ ਜਿਹਨੂੰ ਛਿੱਕਾਂ ਆ ਰਹੀਆਂ ਨੇ ਤੇ ਜਿਹਨੂੰ ਜ਼ੁਕਾਮ ਹੋਇਆ ਤੇ ਬੁਖਾਰ ਹੋਇਆ ਹੈ, ਔਰ ਜਿਹੜਾ ਵੀ ਐਸਾ ਬੰਦਾ ਹੈਗਾ ਉਹਨੂੰ ਤੁਸੀਂ ਜਾਂ ਤਾਂ ਕਹਿੰਦੇ ਨੇ ਕਿ ਜੀ ਅਗਰ ਬਾਹਰ ਦਾ ਬੰਦਾ ਹੈਗਾ ਤੇ ਉਹ ਘਰੋਂ ਬਾਹਰ ਹੀ ਰਵੇ, ਬਿਲਕੁਲ ਨਾ ਕਰੀਬ ਆਏ, ਕਿਸੇ ਚੀਜ਼ ਨੂੰ ਹੱਥ ਨਾ ਲਾਏ, ਕਿਉਂਕਿ ਇਸ ਵੇਲੇ ਜ਼ਿੰਦਗੀ ਔਰ ਮੌਤ ਦਾ ਜਾਂ ਜ਼ਿੰਦਗੀ ਔਰ ਸਿਹਤ ਦਾ ਫੈਸਲਾ ਹੋ ਰਿਹਾ ਹੈਗਾ। ਔਰ ਕਿਉਂਕਿ ਖਤਰਾ ਜਿਹੜਾ ਹੈਗਾ ਉਹ ਇਹਨਾਂ ਚੀਜ਼ਾਂ ਦੀ ਵਜ੍ਹਾ ਨਾਲ ਹੈ। ਇੱਕ ਤੇ ਇਹ ਹੈ। ਦੂਸਰਾ ਹੈਗਾ ਕਿ ਅਗਰ ਤੁਹਾਨੂੰ ਪਰੇਸ਼ਾਨੀ ਹੋ ਜਾਂਦੀ ਹੈਗੀ ਹੈ ਕਿ ਜਿਹੜੀ ਬਗੈਰ ਵਜ੍ਹਾ ਦੇ ਹੈ, ਜਾਂ ਪਰੇਸ਼ਾਨੀ ਇਸ ਗੱਲ ਦੀ ਹੈ ਕਿ ਤੁਸੀਂ ਘਰ ਦੇ ਵਿੱਚ ਧੜੇ ਹੋਏ ਹੋ, ਤੁਸੀਂ ਬਿਲਕੁਲ ਆਪਣੇ ਬੰਦ ਹੋ ਕੇ ਰਹਿ ਗਏ ਹੋ, ਔਰ ਤੁਹਾਡੀ ਆਦਤ ਹੈ ਕਿਸੇ ਬਾਹਰ ਫਿਰਨ ਦੀ ਔਰ ਇੱਧਰ ਉੱਧਰ ਜਾਣ ਦੀ, ਤੇ ਫਿਰ ਤੁਸੀਂ ਇਹ ਕਰ ਸਕਦੇ ਹੈਗੇ ਹੋ ਕਿ ਤੁਸੀਂ ਆਪਣੇ ਆਪ ਦੇ ਲਈ ਕੋਈ ਐਸੀ ਨਵੀਂ ਦਿਲਚਸਪੀਆਂ ਪੈਦਾ ਕਰੋ। ਅੱਜ ਕੱਲ੍ਹ ਕਿਉਂਕਿ ਮੋਬਾਈਲ ਫੋਨਾਂ ਦੇ ਨਾਲ ਔਰ ਕੰਪਿਊਟਰਾਂ ਦੇ ਨਾਲ, ਇੰਟਰਨੈਟ ਦੇ ਨਾਲ ਐਸੀਆਂ ਤੁਹਾਡੇ ਕੋਲ ਦਿਲਚਸਪੀਆਂ ਔਰ ਮੁਖਤਲਿਫ ਚੀਜ਼ਾਂ, ਇਤਲਾਤ, ਕਿਤਾਬਾਂ, ਫਿਲਮਾਂ, ਡਰਾਮੇ, ਜੋ ਵੀ ਕਹਿ ਲਓ ਤੁਹਾਨੂੰ ਅਵੇਲੇਬਲ ਹੈ ਨੇ, ਤੁਹਾਨੂੰ ਮਿਲ ਜਾਂਦੇ ਨੇ ਕਿ ਤੁਸੀਂ ਉਹਦੇ ਬਾਰੇ ਦੇ ਵਿੱਚ ਆਪਣੇ ਆਪ ਨੂੰ ਮਸਰੂਫ ਰੱਖ ਸਕਦੇ ਹੋ। ਮੇਰੀ ਜਿਹੜੀ ਲੋਕਾਂ ਨੂੰ ਦਰਖਾਸਤ ਹੈਗੀ ਹੈ ਉਹ ਇਹ ਹੈਗੀ ਹੈ, ਬੇਨਤੀ ਕਹਿ ਲਓ ਕਿ ਉਹ ਕੋਸ਼ਿਸ਼ ਕਰਨ ਕਿ ਮੌਕਾ ਮਿਲਿਆ ਕਿ ਜਨਾਬ ਨਾ ਨੌਕਰੀ ਤੇ ਜਾਣ ਦੀ ਲੋੜ ਹੈ, ਜਾਂ ਜਾਣਾ ਨਹੀਂ ਪੈ ਰਿਹਾ, ਜਾਂ ਜਾ ਸਕਦੇ ਨਹੀਂ, ਕਿਤੇ ਬਾਹਰ ਜਾਣਾ ਜਿਹੜਾ ਮੁਸ਼ਕਿਲ ਹੀ ਹੈਗਾ, ਤੇ ਇਹ ਤੋਂ ਬਿਹਤਰੀਨ ਹੈਗਾ ਕਿ ਆਪਣਾ ਇਲਮ ਵਧਾਓ, ਕੁਛ ਪੜ੍ਹੋ, ਕੁਛ ਦੇਖੋ ਕਿ ਕਿਸ ਚੀਜ਼ ਦੇ ਬਾਰੇ ਦੇ ਤੁਹਾਨੂੰ ਹਮੇਸ਼ਾ ਸ਼ੌਕ ਸੀ ਕਿ ਤੁਸੀਂ ਪੜ੍ਹਨਾ ਚਾਹ ਰਹੇ ਸੋ ਔਰ ਤੁਸੀਂ ਨਹੀਂ ਪੜ੍ਹ ਪਾਏ। ਤੁਸੀਂ ਅਗਰ ਕੋਈ ਅਫਸਾਨੇ ਪੜ੍ਹਨੇ ਸਨ, ਕੋਈ ਸ਼ਾਇਰੀ ਪੜ੍ਹਨੀ ਸੀ, ਕੋਈ ਮਜ਼ਹਬ ਦੇ ਬਾਰੇ 'ਚ ਪੜ੍ਹਨਾ ਸੀ, ਕੋਈ ਅਦਬ ਪੜ੍ਹਨਾ ਸੀ, ਕੁਛ ਫਨ ਦੇ ਬਾਰੇ 'ਚ ਪੜ੍ਹਨਾ ਸੀ, ਕੋਈ ਫਨ ਸਿੱਖਣਾ ਸੀ। ਅੱਜ ਕੱਲ੍ਹ ਤਾਂ ਇਹ ਹੋ ਰਿਹਾ ਹੈਗਾ ਕਿ ਕੰਪਿਊਟਰ 'ਤੇ ਬੈਠੋ ਅਤੇ ਜ਼ਿੰਦਗੀ ਦਾ ਹਰ ਇਲਮ ਔਰ ਹਰ ਫਨ ਜੋ ਹੈ ਉਹ ਤੁਹਾਨੂੰ ਕੰਪਿਊਟਰ ਸਿਖਾ ਸਕਦਾ ਹੈਗਾ।
ਤੇ ਇਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪਣੀ ਦਿਲਚਸਪੀਆਂ ਨੂੰ ਵਧਾ ਸਕਦੇ ਹੋ। ਇੱਕ ਤੇ ਇਹ ਹੋ ਗਿਆ। ਅੱਛਾ, ਜਿਹੜੀ ਅਗਲੀ ਗੱਲ ਹੈਗੀ ਸੀ ਕਿ ਅਗਰ ਵਾਕਈ ਤੁਹਾਨੂੰ ਜ਼ਰਾ ਇਸ ਦੇ ਬਾਰੇ 'ਚ ਪਰੇਸ਼ਾਨੀ ਹੋ ਰਹੀ ਹੈ ਔਰ ਤੁਸੀਂ ਜ਼ਿਆਦਾ ਉਹਦੇ ਨਾਲ ਬਹੁਤ ਫਿਕਰਮੰਦ ਹੋ ਗਏ ਹੋ, ਇੰਨੇ ਫਿਕਰਮੰਦ ਹੋ ਗਏ ਹੋ ਕਿ ਨੀਂਦਰ ਨਹੀਂ ਆ ਰਹੀ ਜਾਂ ਹੋਰ ਬੇਚੈਨੀ ਰਹਿੰਦੀ ਹੈ, ਤੇ ਉਹਦੇ ਲਈ ਇੱਕ ਬੜਾ ਆਸਾਨ ਤਰੀਕਾ ਹੈਗਾ ਜਿਹੜਾ ਮੈਂ ਦੱਸਣਾ ਚਾਹਾਂਗਾ। ਉਹ ਸਾਂਸ ਲੈਣ ਦਾ ਤਰੀਕਾ ਹੈਗਾ ਕਿ ਤੁਸੀਂ ਆਪਣੇ ਸਾਹ ਨੂੰ ਕਿਸ ਤਰੀਕੇ ਦੇ ਨਾਲ ਉਹਨੂੰ ਆਰਾਮ ਦੇ ਨਾਲ ਸਾਹ ਲਵੋ, ਉਹਨੂੰ ਰੋਕੋ ਔਰ ਫਿਰ ਸਾਹ ਕੱਢੋ। ਤੇ ਜਿਸ ਦੀ ਵਜ੍ਹਾ ਦੇ ਨਾਲ ਤੁਹਾਡਾ ਸਾਰੀ ਜਿਹੜੀ ਹੈ ਨਾ ਬੇਚੈਨੀ ਔਰ ਤੁਹਾਡੀ ਜਿਹੜੀ ਪਰੇਸ਼ਾਨੀ ਹੈ, ਇਹ ਉਹਦੇ ਉੱਤੇ ਕਮੀ ਆ ਜਾਏਗੀ, ਇਹ ਕੰਟਰੋਲ 'ਚ ਹੋ ਜਾਏਗੀ। ਤੇ ਇਸ ਨੂੰ ਅਸੀਂ ਕਹਿੰਦੇ ਹਾਂ 3 4 5, ਕਿ ਜਿਸ ਵੇਲੇ ਤੁਸੀਂ ਗਿਣਨਾ ਹੈ ਦਿਲ ਦੇ ਅੰਦਰ 3, ਤੇ ਉਸ ਵੇਲੇ ਸਾਹ ਨੂੰ ਖਿੱਚਣਾ, ਫਿਰ ਦਿਲ ਦੇ ਵਿੱਚ ਗਿਣਨੇ ਨੇ 4, ਉਸ ਦੌਰਾਨ ਨੂੰ ਤੁਸੀਂ ਸਾਹ ਨੂੰ ਰੋਕਣਾ, ਔਰ ਫਿਰ ਤੁਸੀਂ ਗਿਣਨੇ ਨੇ ਉਸੇ ਸਪੀਡ ਦੇ ਨਾਲ, ਉਸੇ ਰਫ਼ਤਾਰ ਨਾਲ 5, ਉਸ 5 ਦੇ ਦੌਰਾਨ ਤੁਸੀਂ ਸਾਹ ਨੂੰ ਕੱਢਣਾ। ਹੁਣ ਮੈਂ ਤੁਹਾਨੂੰ ਇਹ ਕਰਕੇ ਦਿਖਾਣਾ ਤਾਂ ਕਿ ਤੁਸੀਂ ਇਸ ਨੂੰ ਦੇਖ ਲਵੋ ਕਿ ਹੁਣ ਮੈਂ ਹੱਥ ਦੇ ਨਾਲ ਇਸ਼ਾਰਾ ਕਰਾਂਗਾ 3 4 ਔਰ 5 ਦਾ, ਔਰ ਉਸ ਦੇ ਨਾਲ ਸਾਹ ਲਾਂਗਾ, ਔਰ ਇਹ ਤੁਸੀਂ ਅਗਰ ਆਹਿਸਤਾ ਆਹਿਸਤਾ ਬਾਰ-ਬਾਰ ਕਰੋਗੇ ਤੇ ਇਹਦੇ ਨਾਲ ਤੁਹਾਨੂੰ ਅਹਿਸਾਸ ਹੋਏਗਾ ਕਿ ਦਿਲ ਦੀ ਜਿਹੜੀ ਤੇਜ਼ ਧੜਕਨ ਹੈ, ਜ਼ੋਰ-ਜ਼ੋਰ ਦੀ ਧੜਕ ਰਿਹਾ, ਉਹ ਘੱਟ ਹੋ ਜਾਏਗੀ। ਬੇਚੈਨੀ ਨਾਲ ਜਿਹੜਾ ਤੇਜ਼ੀ ਨਾਲ ਸਾਹ ਆ ਰਿਹਾ ਹੈ ਪਰੇਸ਼ਾਨੀ ਦੇ ਨਾਲ, ਉਹ ਖਤਮ ਹੋ ਜਾਏਗਾ। ਜੇ ਅਗਰ ਹੱਥ ਪੈਰ ਠੰਡੇ ਹੋ ਰਹੇ ਨੇ ਪਰੇਸ਼ਾਨੀ ਨਾਲ, ਉਹ ਠੀਕ ਹੋ ਜਾਣਗੇ। ਜੇ ਸਿਰ ਤੇ ਬੋਝ ਹੋ ਰਿਹਾ ਹੈ, ਉਹ ਠੀਕ ਹੋ ਜਾਏਗਾ। ਔਰ ਜੇ ਅਗਰ ਪੇਟ ਦੇ ਅੰਦਰ ਪਰੇਸ਼ਾਨੀ ਦੀ, ਇੱਥੇ ਸੀਨੇ ਤੇ ਬੋਝ ਪਿਆ ਹੋਇਆ ਹੈ ਪਰੇਸ਼ਾਨੀ ਦਾ, ਉਹ ਵੀ ਠੀਕ ਹੋ ਜਾਏਗਾ। ਮਗਰ ਇਸ ਤਰ੍ਹਾਂ ਕਰਨਾ ਹੈ। ਔਰ ਮੈਂ ਤੁਹਾਨੂੰ ਦੱਸਣ ਲੱਗਾ ਕਿ 3 ਗਿਣ ਕੇ ਸਾਹ ਖਿੱਚਣਾ, 4 ਤੇ ਸਾਹ ਰੋਕਣਾ ਤੇ 5 ਤੇ ਸਾਹ ਕੱਢਣਾ। ਇਹ ਦੇਖਣਾ। ਠੀਕ ਹੈ ਜੀ। ਤੇ ਤੁਸੀਂ ਦੇਖ ਲਿਆ ਕਿ ਕਿਸ ਤਰ੍ਹਾਂ ਇਸ ਨੂੰ ਸਾਹ ਲੈਣਾ। ਅਗਰ ਇਹ ਤੁਸੀਂ 5 ਵਾਰੀ ਕਰੋ ਇੱਕ ਵਕਤ 'ਚ, 3 4 5 ਕਰਕੇ ਤੁਸੀਂ 3 ਤੇ ਸਾਹ ਲਓ, ਇਹ ਤੁਸੀਂ ਅਗਰ ਇੱਕ ਵਾਰੀ ਇਹ ਕੀਤਾ, ਫਿਰ ਉਸ ਤੋਂ ਬਾਅਦ ਦੂਜੀ ਵਾਰੀ ਕਰੋ, ਤੀਜੀ ਵਾਰੀ ਕਰੋ, 5 ਵਾਰੀ ਕਰੋਗੇ ਤਾਂ ਤੁਹਾਨੂੰ ਮਹਿਸੂਸ ਹੋਏਗਾ ਕਿ ਤੁਸੀਂ ਬਿਲਕੁਲ ਆਹਿਸਤਾ 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 ਕੰਟਰੋਲ ਦੇ ਵਿੱਚ ਆਪਣੇ ਆਪ ਨੂੰ ਲੈ ਆ ਰਹੇ ਹੋ। ਆਪਣੀ ਤੁਹਾਡੀ ਸਾਰੀ ਪਰੇਸ਼ਾਨੀ ਜਿਹੜੀ ਹੈ ਉਹਦੇ 'ਤੇ ਆਹਿਸਤਾ ਆਹਿਸਤਾ ਕਾਬੂ ਹੋ ਰਿਹਾ। ਤੁਸੀਂ ਇਹਨੂੰ 7 ਵਾਰੀ ਕਰੋ, 8 ਵਾਰੀ ਕਰੋ, 10 ਵਾਰੀ ਕਰੋ। ਮਗਰ ਮੇਰਾ ਖਿਆਲ ਹੈ ਔਰ ਮੇਰੀ ਤੁਹਾਨੂੰ ਨਸੀਹਤ ਹੈ ਕਿ ਇੱਕ ਜਿਹੜਾ ਸੈੱਟ ਹੈ ਉਹ 10 ਦਾ ਹੀ ਰੱਖੋ। ਜਿਸ ਵੇਲੇ 10 ਵਾਰੀ ਇਹ ਕਰ ਲਓ, ਉਹਦੇ ਬਾਅਦ ਤੁਸੀਂ ਆਪਣੇ ਆਪ ਨੂੰ ਬ੍ਰੇਕ ਦਿਓ, ਆਪਣੇ ਆਪ ਨੂੰ ਥੋੜ੍ਹਾ ਜਿਹਾ ਵਕਫਾ ਦਿਓ, ਔਰ ਵਕਫੇ ਦੇ ਬਾਅਦ ਤੁਸੀਂ ਫਿਰ ਅਗਰ ਦੁਬਾਰਾ ਕਿਸੇ ਟਾਈਮ ਤੁਹਾਨੂੰ ਹੁੰਦੀ ਹੈ ਤੇ ਫਿਰ ਤੁਸੀਂ ਇਹ ਪ੍ਰੈਕਟਿਸ ਕਰ ਸਕਦੇ ਹੋ। ਤੁਸੀਂ 3 ਵਾਰੀ ਕਰ ਲਓ, 5 ਵਾਰੀ ਕਰ ਲਓ, 7 ਵਾਰੀ ਕਰ ਲਓ, 10 ਵਾਰੀ ਕਰ ਲਓ। ਠੀਕ ਹੈ ਜੀ। ਇਹ ਇੱਕ ਤਰੀਕਾ ਹੈਗਾ। ਔਰ ਜਿਸ ਤਰ੍ਹਾਂ ਹੁਣ ਮੈਂ 3 ਇਹਦਾ ਮਤਲਬ ਤੁਹਾਨੂੰ ਦੱਸਿਆ ਨੇ ਕਿ ਇੱਕ ਤੇ ਜਿਹੜੇ ਘਰ ਦੇ ਸੇਫ ਲੋਕ ਨੇ, ਜਿਹੜੇ ਬਿਲਕੁਲ ਸਿਹਤਮੰਦ ਨੇ, ਆਪਸ 'ਤੇ ਮਿਲ ਕੇ ਇੱਕ ਰੂਟੀਨ ਬਣਾਓ ਕਿ ਇਕੱਠੇ ਨਾਸ਼ਤਾ ਕਰਨਾ ਹੈ, ਇਕੱਠੇ ਦੁਪਹਿਰ ਦਾ ਖਾਣਾ ਖਾਣਾ ਹੈ, ਇਕੱਠੇ ਰਾਤ ਦਾ ਖਾਣਾ ਖਾਣਾ ਹੈ, ਗੱਪਸ਼ਪ ਲਾਣੀ ਹੈ, ਔਰ ਸਾਰੇ ਇਹ ਬੈਠ ਕੇ ਫੈਸਲਾ ਕਰੋ ਕਿ ਅਸੀਂ ਕੋਈ ਐਸੀ ਗੱਲ ਨਹੀਂ ਕਰਨੀ ਜਿਹਦੇ ਨਾਲ ਲੜਾਈ ਝਗੜੇ ਦਾ ਕੋਈ ਉਨਸਰ ਹੋਵੇ, ਜਿਹਦੇ ਵਿੱਚ ਕੋਈ ਆਪਸ ਦੇ ਵਿੱਚ ਤੰਜ਼ ਤਾਨੇ ਤਸ਼ਨੀ ਹੋਣ। ਉਹਦੇ ਨਾਲ ਹੁੰਦਾ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਇਕੱਠੇ ਟਾਈਮ ਗੁਜ਼ਾਰੋਗੇ, ਦਿਲ ਕਰੇਗਾ, ਪਰੇਸ਼ਾਨੀ ਦੇ ਨਾਲ ਕਦੇ ਗੁੱਸਾ ਆਉਂਦਾ ਹੈ, ਮਗਰ ਫਿਰ ਜਿਸ ਵੇਲੇ ਇਕੱਠੇ ਰਹਿ ਰਹੇ ਹੋ ਤੇ ਉਹਦੇ ਨਾਲ ਫਿਰ ਜਿਹੜਾ ਤਣਾਅ ਜਿਹੜਾ ਹੈਗਾ ਔਰ ਬੋਝ ਜਿਹੜਾ ਉਹ ਜ਼ਿਆਦਾ ਵਧੇਗਾ। ਤੇ ਬਿਹਤਰ ਇਹੀ ਹੈ ਕਿ ਜਿਹੜਾ ਘਰ ਦਾ ਸਰਬਰਾਹ ਹੈ ਜਾਂ ਮਾਂ ਜਾਂ ਬਾਪ ਜਾਂ ਖਾਤੂਨ ਖਾਨਾ, ਜੋ ਵੀ ਕੋਈ ਵੱਡਾ ਜਾਂ ਵੱਡੀ ਹੈ, ਉਹ ਜਿਸ ਵੇਲੇ ਵੀ ਬੈਠੋ ਕਹੋ ਕਿ ਚਲੋ ਜੀ ਅਸੀਂ ਹੁਣ ਬੈਠਣ ਲੱਗੇ ਹਾਂ ਇਕੱਠੇ, ਔਰ ਅਸੀਂ ਨਾਸ਼ਤਾ ਕਰਨ ਲੱਗੇ ਹਾਂ, ਦੁਪਹਿਰ ਦਾ ਖਾਣਾ ਖਾਣ ਲੱਗੇ ਹਾਂ, ਰਾਤ ਦਾ ਖਾਣਾ ਖਾਣ ਲੱਗੇ ਹਾਂ, ਜਾਂ ਸ਼ਾਮ ਦੀ ਚਾਹ ਪੀਣ ਲੱਗੇ ਹਾਂ, ਤੇ ਅਸੀਂ ਸਾਰਿਆਂ ਨੇ ਮਿਲ ਕੇ ਹੁਣ ਆਰਾਮ ਦੇ ਨਾਲ
ਔਰ ਅੱਛੀਆਂ ਗੱਲਾਂ ਕਰਨੀਆਂ ਨੇ। ਔਰ ਇਸ ਤਰੀਕੇ ਦੇ ਨਾਲ ਤੁਸੀਂ ਅਗਰ ਟਾਈਮ ਗੁਜ਼ਾਰੋਗੇ ਤਾਂ ਇੱਕ ਤਾਂ ਇਹ ਹੋ ਗਿਆ। ਦੂਜਾ ਫਿਰ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਸੀ ਕਿ ਤੁਸੀਂ ਮੁਕੰਮਲ ਇਸ ਦੇ ਬਾਰੇ ਦੇ ਵਿੱਚ ਵਾਇਰਸ ਦੇ ਬਾਰੇ 'ਚ ਇਲਮ ਹਾਸਲ ਕਰੋ, ਸਾਰੇ ਇਸ ਦੇ ਬਾਰੇ ਜਿੰਨਾ ਪੜ੍ਹ ਸਕਦੇ ਹੋ ਪੜ੍ਹੋ, ਇਸ ਦੇ ਤਮਾਮ ਬਚਨ ਦੀ ਜਿਹੜੀ ਇਹਦੀਆਂ ਹਿਦਾਇਤ ਨੇ ਉਹਨਾਂ ਨੂੰ ਸਮਝੋ, ਉਹਨਾਂ ਦਾ ਉਹਦੇ 'ਤੇ ਮੁਕੰਮਲ ਅਮਲ ਕਰੋ। ਜਿਹੜੇ ਤੁਹਾਡੇ ਹੈਗੇ ਨੇ ਮਾਸਕ ਜਿਹੜੇ ਨੇ ਮੂੰਹ 'ਤੇ ਚੜਾਉਣ ਵਾਲੇ ਨਕਾਬ ਨੇ, ਉਹ ਤੁਸੀਂ ਖਰੀਦੋ ਔਰ ਜਾਂ ਬਣਾਓ, ਉਹ ਬਣ ਵੀ ਸਕਦੇ ਨੇ। ਔਰ ਹਰ ਵੇਲੇ ਆਪਣਾ ਮੂੰਹ ਜਿਹੜਾ ਜਿਸ ਵੇਲੇ ਵੀ ਘਰੋਂ ਬਾਹਰ ਨਿਕਲਣ ਲੱਗੋ ਉਹਨੂੰ ਢਾਂਪੋ। ਔਰ ਦਸਤਾਨੇ ਜਿਹੜੇ ਨੇ ਉਹ ਤੁਸੀਂ ਹਰ ਸੂਰਤ ਪਾਉਣੇ ਨੇ, ਔਰ ਘਰ ਆ ਕੇ ਉਹ ਦਸਤਾਨਿਆਂ ਨੂੰ ਲਾ ਦੇਣਾ ਔਰ ਉਹਦੇ ਬਾਅਦ ਉਹਨਾਂ ਨੂੰ ਤੁਸੀਂ ਹੱਥਾਂ ਨੂੰ ਧੋਣਾ 20 ਸੈਕਿੰਡ ਲਈ। ਸਭ ਤੋਂ ਅਹਿਮ ਜਿਹੜੀ ਗੱਲ ਹੈਗੀ ਹੈ ਕਿ ਤੁਸੀਂ ਆਪਣੇ ਮੂੰਹ ਦੇ ਉੱਤੇ ਜਿਹੜਾ ਹੈ ਨਾ ਉਹ ਨਕਾਬ ਜਿਹੜਾ ਮਾਸਕ ਹੈ ਉਹ ਲਾਜ਼ਮਨ ਪਹਿਨਣਾ, ਔਰ ਇੱਥੇ ਰੱਖਣ ਦੇ ਨਾਲ ਉਹਦਾ ਫਰਕ ਨਹੀਂ ਪੈਣਾ ਕਿਉਂਕਿ ਨੱਕ ਚੋਂ ਚਲੀ ਜਾਏਗੀ ਗੱਲ। ਤੇ ਕੋਸ਼ਿਸ਼ ਇਹ ਕਰਨੀ ਹੈ ਕਿ ਤੁਸੀਂ ਆਪਣਾ ਪੂਰਾ ਮੂੰਹ ਇਸ ਤਰੀਕੇ ਦੇ ਨਾਲ ਢਾਂਪੋ ਔਰ ਉਹ ਤੁਹਾਡੇ ਮੁਕੰਮਲ ਤਾਂ ਕਿ ਤੁਹਾਨੂੰ Don't fiddle with it. ਔਰ ਦੂਜੀ ਹੈਗਾ ਕਿ ਜਿਸ ਵੇਲੇ ਤੁਸੀਂ ਪਾਇਆ ਹੋਵੇ, ਬਾਕੀ ਇਹ ਬੜੀ ਸਹੀ ਗੱਲ ਕੀਤੀ ਹੈ ਕਿ ਉਹਨੂੰ ਬਾਰ-ਬਾਰ ਛੇੜਨ ਛੁੜਨ ਦੇ ਨਾਲ ਨਾ ਉਹ ਵੀ ਗੱਲ ਠੀਕ ਨਹੀਂ ਹੈਗੀ। ਔਰ ਦਸਤਾਨੇ ਹੋਣੇ ਚਾਹੀਦੇ ਨੇ। ਤੇ ਇਹ ਦੋ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦਾ ਬੜਾ ਖਿਆਲ ਰੱਖਣਾ ਹੈਗਾ। ਕਈ ਲੋਕ ਜਿਹੜੇ ਨੇ ਅਗਰ ਉਹ ਦਿਨ ਨੂੰ ਜਾਣ ਤੇ ਅਗਰ ਉਹ ਉਹਨਾਂ ਦੇ ਕੋਲ ਐਨਕ ਹੈ ਤਾਂ ਐਨਕ ਵੀ ਪਹਿਨ ਲੈ, ਕਿਉਂਕਿ ਇਹ ਵੀ ਤੇ ਜਿਹੜੀ ਹੈ ਏਰੀਆ ਉਹ ਵੀ ਮਤਲਬ ਜਿਹਨੂੰ ਕਹਿ ਲਓ ਨਾ ਕਿ ਐਕਸਪੋਜ਼ਡ ਹੈ ਜਾਂ ਖੁੱਲ੍ਹਾ ਹੈ। ਤੇ ਮਗਰ ਅਹਿਮ ਚੀਜ਼ ਹੈਗੀ ਹੈ ਕਿ ਨੱਕ ਔਰ ਮੂੰਹ ਇਹ ਮੁਕੰਮਲ ਤੌਰ 'ਤੇ ਕਵਰ ਹੋਣੇ ਚਾਹੀਦੇ ਨੇ ਔਰ ਹੱਥ ਦਸਤਾਨੇ ਹੋਣੇ ਚਾਹੀਦੇ ਨੇ। ਵਾਪਸ ਆ ਕੇ 20 ਸੈਕਿੰਡ ਧੋਣੇ ਨੇ ਔਰ ਮੂੰਹ ਨੂੰ ਹੱਥ ਨਹੀਂ ਲਾਣਾ ਬਾਰ-ਬਾਰ। ਔਰ ਅਗਰ ਉਹ ਡਿਸਪੋਜ਼ੇਬਲ ਨੇ ਜਿਹੜੇ ਸੁੱਟਣ ਵਾਲੇ ਨੇ ਉਹਦੇ ਤੁਸੀਂ ਪਾ ਕੇ ਉਹਨਾਂ ਨੂੰ ਸੁੱਟ ਦਿਓ, ਜਾਂ ਅਗਰ ਡਿਸਪੋਜ਼ੇਬਲ ਨਹੀਂ ਨੇ, ਖੁਦ ਬਣਾਏ ਨੇ, ਕੱਪੜੇ ਦੇ ਨੇ ਔਰ ਜਾਂ ਉਹਦੀ ਤਹਿਵਾਂ ਨੇ ਜਾਂ ਜੋ ਕੁਛ ਵੀ ਨੇ, ਤੇ ਉਹਨਾਂ ਨੂੰ ਫਿਰ ਇੱਕ ਐਸੀ ਜਗ੍ਹਾ 'ਤੇ ਰੱਖ ਦਿਓ ਜਿੱਥੇ ਉਹ 5 7 8 10 ਘੰਟੇ ਰਹਿਣ ਔਰ ਉਹਦੇ ਬਾਅਦ ਫਿਰ ਉਹਨੂੰ ਥੋੜ੍ਹਾ ਜਿਹਾ ਡੈਟਾਲ ਪਾ ਕੇ ਧੋਇਆ ਜਾਏ ਤਾਂ ਕਿ ਤੁਸੀਂ ਫਿਰ ਉਹਨਾਂ ਨੂੰ ਦੁਬਾਰਾ ਇਸਤੇਮਾਲ ਕਰੋ। ਅਤੇ ਇਹਦਾ ਮਤਲਬ ਹੈਗਾ ਕਿ ਤੁਹਾਨੂੰ ਇੱਕ ਤੋਂ ਜ਼ਿਆਦਾ ਇਹੋ ਜਿਹੇ ਜੋੜੇ ਜਾਂ ਸੈੱਟ ਜਿਹੜੇ ਨੇ ਬਣਾਉਣੇ ਪੈਣਗੇ। ਔਰ ਦਸਤਾਨੇ ਕੱਪੜੇ ਦੇ ਵੀ ਬਣ ਸਕਦੇ ਨੇ ਜਿਨ੍ਹਾਂ ਨੂੰ ਕਿ ਤੁਸੀਂ ਅਗਰ 2 ਜੋੜੇ ਬਣਾਏ ਨੇ ਤੇ ਇੱਕ ਵਾਰੀ ਇਸਤੇਮਾਲ ਕੀਤਾ, ਫਿਰ ਦੂਜੀ ਵਾਰੀ ਇਸਤੇਮਾਲ ਕਰ ਲਿਆ, ਫਿਰ ਪਹਿਲਾ ਇਸਤੇਮਾਲ ਕਰ ਲਿਆ ਜਿਸ ਵੇਲੇ ਧੁਲ ਗਿਆ। ਇਸ ਤਰੀਕੇ ਦੇ ਨਾਲ ਕਰੋ, ਬੜਾ ਲਾਜ਼ਮੀ ਹੈਗਾ। Okay, so you've given the techniques and you've told everyone. So what final message would you like to say to everyone who's watching, like about looking after themselves while in quarantine or lockdown? ਜੀ ਸਵਾਲ ਹੈਗਾ ਕਿ ਕੀ ਹੁਣ ਪੈਗਾਮ ਦਿੱਤਾ ਜਾ ਸਕਦਾ ਹੈਗਾ ਕਿ ਜਿਹੜਾ ਕਰੰਤੀਨੀਆਂ ਦੇ ਵਿੱਚ ਤੁਸੀਂ ਰਹਿਣਾ ਹੈਗਾ। ਅੱਛਾ, ਹੁਣ ਕਰੰਤੀਨੀਆਂ ਜਿਹੜਾ ਹੈ ਨਾ ਉਹ ਬੜਾ ਮੁਸ਼ਕਿਲ ਜਿਹਾ ਲਫ਼ਜ਼ ਹੈਗਾ, ਔਰ ਲਫ਼ਜ਼ ਅੰਗਰੇਜ਼ੀ 'ਚ ਹੈਗਾ ਕੁਆਰੰਟੀਨ। ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਮੁਕੰਮਲ ਤੌਰ 'ਤੇ ਆਪਣੇ ਆਪ ਨੂੰ ਅਲੱਗਾ ਕਰ ਲਓ। ਇਹਦੇ ਲਈ ਸਾਡੀ ਜਿਹੜੀ ਜ਼ਿਆਦਾਤਰ ਮੁਸਲਮਾਨ ਜਿਹੜੇ ਨੇ ਉਹਨਾਂ ਦੇ ਲਈ ਵੀ ਇਹ ਬੜਾ ਇੱਕ ਮਾਨੂਸ ਜਿਹਾ ਤਰੀਕਾ ਹੈ ਔਰ ਲਫ਼ਜ਼ ਹੈ ਇਸ ਤਰੀਕੇ ਦੇ ਨਾਲ ਕਿ ਰਮਜ਼ਾਨ ਦੇ ਵਿੱਚ ਲੋਕੀ ਇਤਕਾਫ ਕਰਦੇ ਨੇ। ਉਹ ਕਰੰਤੀਨੀ ਹੈ ਕਿ ਤੁਸੀਂ ਆਪਣੇ ਆਪ ਨੂੰ ਇੱਕ ਪਰਦੇ ਦੇ ਪਿੱਛੇ ਰੱਖ ਲੈਂਦੇ ਹੋ, ਆਪਣੇ ਆਪ ਬਾਰੇ ਸੋਚਦੇ ਹੋ, ਆਪਣਾ ਕੋਈ ਇਲਮ ਹਾਸਲ ਕਰਦੇ ਹੋ, ਦੀਨ ਦਾ ਇਬਾਦਤ ਕਰਦੇ ਹੋ, ਆਪਣੇ ਦਿਲ ਨੂੰ ਦੇਖਦੇ ਹੋ, ਅੱਲਾ ਦੀ ਯਾਦ ਲਾਉਂਦੇ ਹੋ। ਇਹ ਤੁਸੀਂ ਇਤਕਾਫ ਜਿਹੜਾ ਹੈ ਕਰੰਤੀਨੀ ਹੈ। ਤੇ ਤੁਸੀਂ ਇਹ ਸਮਝੋ ਕਿ ਤੁਸੀਂ ਇਤਕਾਫ ਕਰਨਾ ਹੈ। ਅੱਛਾ, ਜਿਹੜਾ ਇਤਕਾਫ ਹੈ ਉਹਦੇ ਅੰਦਰ ਜ਼ਾਹਿਰ ਹੈ ਕਿ ਤੁਸੀਂ ਦੂਜੇ ਦੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੇ, ਇੰਟਰੈਕਟ ਨਹੀਂ ਕਰਦੇ। ਸਿਰਫ ਹੈ ਕਿ ਆਪਣੀ ਜਿਹੜੀ ਹਾਜਾਤ ਨੇ ਉਹਨਾਂ ਨੂੰ ਪੂਰੀ ਕਰਨ ਲਈ ਤੁਸੀਂ ਇੱਧਰ ਉੱਧਰ ਆਉਂਦੇ ਜਾਂਦੇ ਹੋ ਥੋੜ੍ਹੀ ਦੇਰ ਲਈ ਔਰ ਉਹਦੇ ਬਾਅਦ ਤੁਸੀਂ ਵਾਪਸ ਆ ਜਾਂਦੇ ਹੋ। ਅਤੇ ਕਰੰਤੀਨੀਆਂ ਦੇ ਵਿੱਚ ਹੈਗਾ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਰਹਿ ਸਕਦੇ ਹੋ ਜਿਹੜੇ ਕਿ ਇਸ ਜਰਾਸੀਮ ਦਾ ਸ਼ਿਕਾਰ ਨਹੀਂ ਹੈਗੇ। ਅਗਰ ਉਹ ਇਸ ਜਰਾਸੀਮ ਦਾ ਸ਼ਿਕਾਰ ਹੈਗੇ ਨੇ ਤੇ ਉਹਨਾਂ ਤੋਂ ਵੀ ਦੂਰ ਰੱਖਣਾ ਤੁਹਾਨੂੰ ਕਰੰਤੀਨੀਆਂ ਹੈਗਾ। ਤੇ ਇਸ ਵਜ੍ਹਾ ਦੇ ਨਾਲ ਕਰੰਤੀਨੀਆਂ ਕੋਈ ਲਫ਼ਜ਼ ਬੜਾ ਮੁਸ਼ਕਿਲ ਲੱਗਦਾ,
ਮਗਰ ਇਹ ਮੁਸਲਮਾਨਾਂ ਲਈ ਬੜਾ ਸਾਦਾ ਜਿਹੀ ਚੀਜ਼ ਹੈ ਕਿ ਤੁਸੀਂ ਆਪਣੇ ਆਪ ਨੂੰ ਇਤਕਾਫ ਵਿੱਚ ਰੱਖਣਾ ਹੈਗਾ। ਆਮ ਤੌਰ 'ਤੇ ਅਕੇਲੇ, ਅਗਰ ਤੁਹਾਨੂੰ ਖਾਂਸੀ ਹੈ ਜਾਂ ਜ਼ੁਕਾਮ ਹੈ ਜਾਂ ਨਜ਼ਲਾ ਹੈ ਜਾਂ ਗਲਾ ਖਰਾਬ ਹੈ ਜਾਂ ਬੁਖਾਰ ਹੋ ਰਿਹਾ ਹੈ ਜਾਂ ਜਿਸਮ ਦੁਖ ਰਿਹਾ ਹੈ, ਤੇ ਫਿਰ ਤੇ ਤੁਸੀਂ ਆਪਣੇ ਆਪ ਨੂੰ ਮੁਕੰਮਲ ਤੌਰ 'ਤੇ ਇਤਕਾਫ ਵਿੱਚ ਕਰ ਲਓ। ਜਾਂ ਇਹ ਹੈਗਾ ਕਿ ਜੇ ਅਗਰ ਤੁਹਾਨੂੰ ਇਹ ਨਹੀਂ ਹੈਗਾ ਔਰ ਤੁਹਾਡੇ ਘਰ ਵਾਲਿਆਂ ਨੂੰ ਕਿਸੇ ਨੂੰ ਨਹੀਂ ਹੈਗਾ, ਤਾਂ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਇੱਕ ਜਿਹੜਾ ਨਾ ਕਹਿੰਦਾ ਇਜਤਮਾਈ ਇਤਕਾਫ ਦੇ ਅੰਦਰ ਵੀ ਰਹਿ ਸਕਦੇ ਹੋ। ਮਗਰ ਕੋਸ਼ਿਸ਼ ਹੈ ਕਰੋ ਕਿ ਥੋੜ੍ਹਾ ਜਿਹਾ ਫਾਸਲਾ ਰਵੇ ਘਰ ਵਾਲਿਆਂ ਦੇ ਨਾਲ, ਬੱਚਿਆਂ ਦੇ ਨਾਲ ਵੀ, ਘਰ ਵਾਲਿਆਂ ਨਾਲ ਵੀ। ਅਤੇ ਇਹ ਜਿਹੜਾ ਹੈ ਕਰੰਤੀਨੀਆ ਹੈਗਾ। ਅੱਛਾ, ਹੁਣ ਜਿਹੜੀ ਅਗਲੀ ਗੱਲ ਹੈਗੀ ਹੈ ਉਹ ਸਭ ਤੋਂ ਅਹਿਮ ਹੈਗੀ ਹੈ ਕਿ ਮੈਂ ਜਿਸ ਤਰ੍ਹਾਂ ਇੱਕ ਪਿਛਲੀ ਵੀਡੀਓ ਦੇ ਵਿੱਚ ਅਰਜ਼ ਕੀਤੀ ਕਿ ਇਟਲੀ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਤਬਾਹੀ ਆ ਰਹੀ ਹੈ ਦੀ ਵਜ੍ਹਾ ਦੇ ਨਾਲ, ਅਤੇ ਇਟਲੀ ਦੇ ਵਿੱਚ ਉਹਨਾਂ ਨੇ ਕਰਫਿਊ ਵੀ ਲਾ ਦਿੱਤਾ। ਇਟਲੀ ਦੇ ਵਿੱਚ ਉਹਨਾਂ ਨੇ ਮਤਲਬ ਬਹੁਤ ਹੀ ਸਖਤੀ ਕੀਤੀ ਹੈ। ਫੌਜ ਸੜਕਾਂ 'ਤੇ ਫਿਰ ਰਹੀ ਹੈ, ਜਿਹੜਾ ਬੰਦਾ ਬਾਹਰ ਨਿਕਲਦਾ ਉਹਨੂੰ ਉਹ ਕੈਦ ਦੀ ਉਹਨਾਂ ਨੂੰ ਸਜ਼ਾ ਵੀ ਹੈ, ਜੇਲ੍ਹ 'ਚ ਵੀ ਭੇਜ ਦਿੰਦੇ ਨੇ, ਜੁਰਮਾਨੇ ਵੀ ਕਰ ਰਹੇ ਨੇ, ਅਤੇ ਬੜੀ ਸਖਤੀ ਕਰ ਰਹੇ ਨੇ ਕਿਉਂਕਿ ਇਟਲੀ ਦੇ ਵਿੱਚ ਹਜ਼ਾਰਾਂ ਲੋਕੀ ਜਿਹੜੇ ਨੇ ਉਹ ਜਾਨ ਤੋਂ ਚਲੇ ਗਏ ਨੇ, ਉਹ ਜਾ ਰਹੇ ਨੇ। ਔਰ ਇੱਕ ਇਤਲਾਹ ਦੇ ਮੁਤਾਬਿਕ 61 ਡਾਕਟਰ ਜਿਹੜੇ ਮਾਹਿਰ ਨੇ ਉਹ ਵੀ ਉਹਨਾਂ ਦਾ ਵੀ ਇੰਤਕਾਲ ਹੋ ਗਿਆ ਹੋਇਆ। ਔਰ ਉਹ ਕਹਿ ਰਹੇ ਨੇ ਕਿ ਇਸ ਤਰ੍ਹਾਂ ਅਗਰ ਡਾਕਟਰ ਮਰਦੇ ਰਹੇ ਤਾਂ ਫਿਰ ਜਿਹੜੀ ਆਵਾਮ ਦਾ ਧਿਆਨ ਕੌਣ ਕਰੇਗਾ, ਔਰ ਅਗਰ ਨਰਸਾਂ ਨੂੰ ਹੁੰਦਾ ਰਿਹਾ ਤੇ। ਇਸ ਵਜ੍ਹਾ ਦੇ ਨਾਲ ਸਭ ਤੋਂ ਅਹਿਮ ਚੀਜ਼ ਹੈ ਜਿਹੜੀ ਇਟਲੀ ਦੇ ਸਦਰ ਨੇ ਬੜੀ ਅਲੱਗ ਗੱਲ ਕੀਤੀ। ਉਹਨੇ ਕਿਹਾ ਕਿ ਇੱਕ ਜਮਹੂਰੀ ਮੁਲਕ ਦੇ ਅੰਦਰ ਆਵਾਮ ਦੇ ਤਾਵਨ ਦੇ ਬਗੈਰ ਕੁਛ ਨਹੀਂ ਹੋ ਸਕਦਾ। ਅਗਰ ਉਹ ਡਿਕਟੇਟਰਸ਼ਿਪ ਹੈ, ਆਮਰਾਨਾ ਨਿਜ਼ਾਮ ਹਕੂਮਤ ਹੈ, ਬਾਦਸ਼ਾਹਾਨਾ ਨਿਜ਼ਾਮ ਹਕੂਮਤ ਹੈ, ਜਿਹਦੇ ਅੰਦਰ ਕਿ ਇੱਕ ਹੁਕਮ ਦਿੱਤਾ ਔਰ ਜਿਹੜੀ ਉਹਦੀ ਖਿਲਾਫ ਵਰਜੀ ਕਰਦਾ ਉਹਨੂੰ ਤੁਸੀਂ ਫੜ ਕੇ ਜਾਂ ਗੋਲੀ ਮਾਰ ਦਿਓ ਜਾਂ ਉਹਨੂੰ ਜੇਲ੍ਹਾਂ 'ਚ ਪਾ ਦਿਓ, ਔਰ ਕੋਈ ਪੁਰਸਾਨੇ ਹਾਲ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਆਮਰੀਅਤ ਹੈ ਔਰ ਜਾਂ ਬਾਦਸ਼ਾਹਤ ਹੈ ਜਿਹਦੇ ਵਿੱਚ ਕਿ ਹਰ ਆਮਰ ਦਾ ਹੁਕਮ, ਬਾਦਸ਼ਾਹ ਦਾ ਹੁਕਮ ਜਿਹੜਾ ਹੈ ਉਹ ਕਾਨੂੰਨ ਹੈ। ਅਤੇ ਉਸ ਦੇ ਵਿੱਚ ਤੇ ਤੁਸੀਂ ਇਹ ਹਕੂਮਤ 'ਤੇ ਇਲਜ਼ਾਮ ਲਾ ਸਕਦੇ ਹੋ ਕਿ ਜੀ ਸਾਨੂੰ ਆਮਰ ਨੇ ਜਾਂ ਬਾਦਸ਼ਾਹ ਨੇ ਹੁਕਮ ਨਹੀਂ ਦਿੱਤਾ ਕਿ ਅਸੀਂ ਆਪਣਾ ਧਿਆਨ ਕਰੀਏ ਅਤੇ ਅਸੀਂ ਤੇ ਇਸ ਵਜ੍ਹਾ ਨਾਲ ਮਜਬੂਰ ਸਾਂ। ਮਗਰ ਉਹ ਕਹਿੰਦੇ ਨੇ ਕਿ ਜਮਹੂਰੀਅਤ ਦੇ ਅੰਦਰ ਇਹ ਹਰ ਬੰਦੇ ਦਾ ਆਪਣਾ ਫਰਜ਼ ਹੈ, ਕਿਉਂਕਿ ਉਹ ਓਨਾ ਹੀ ਹਿੱਸੇਦਾਰ ਹੈਗਾ ਉਸ ਮੁਮਲਕਤ ਦੇ ਅੰਦਰ, ਉਸ ਕੌਮ ਦੇ ਅੰਦਰ ਜਿੰਨਾ ਕੋਈ ਹੋਰ ਦੂਸਰਾ। ਅਤੇ ਇਸ ਲਈ ਆਪਣੀ ਜ਼ਿੰਮੇਦਾਰੀ ਨੂੰ ਮਹਿਸੂਸ ਕਰਦੇ ਹੋਏ ਇਹ ਲਾਜ਼ਮੀ ਹੈਗਾ ਕਿ ਤੁਸੀਂ ਮੁਕੰਮਲ ਇਹਤਿਆਤ ਕਰੋ। ਮੂੰਹ 'ਤੇ ਸਕਾਫ ਪਾਓ, ਹੱਥ 'ਤੇ ਦਸਤਾਨੇ ਪਾਓ, ਲੋਕਾਂ ਦੇ ਨਾਲ ਮਿਕਸਅਪ ਔਰ ਮਿਲਣਾ ਜੁਲਣਾ ਬੰਦ ਕਰ ਦਿਓ, ਇੱਕ ਜਗ੍ਹਾ 'ਤੇ ਜਮਘਟਾ ਨਾ ਕਰੋ। ਜਦ ਤੱਕ ਇਹ ਲੋਕੀ ਨਹੀਂ ਕਰਨਗੇ ਤਦ ਤੱਕ ਇਹ ਮਾਮਲਾ ਰੁਕਣ ਨਹੀਂ ਲੱਗਾ। ਔਰ ਇਸ ਦੀ ਵਜ੍ਹਾ ਹੈਗੀ ਹੈ ਕਿ ਇਹ ਬੰਦੇ ਤੋਂ ਬੰਦੇ ਨੂੰ ਲੱਗਦਾ, ਔਰ ਜੇ ਅਗਰ ਤੁਸੀਂ ਇਹਨੂੰ ਆਪਸ ਦੇ ਨਾਲ ਮਿਲਦੇ ਰਹੋਗੇ, ਹੱਥ ਮਿਲਾਉਂਦੇ ਰਹੋਗੇ, ਕਰੀਬ ਹੋ ਕੇ ਖੰਘਦੇ ਰਹੋਗੇ, ਕਰੀਬ ਹੋ ਕੇ ਇੱਕ ਦੂਜੇ ਉੱਤੇ ਲਾਈਨਾਂ ਦੇ ਉੱਤੇ ਉਹ ਕਹਿੰਦੇ ਨੇ ਜਮਗੱਠਾ ਪਾਈ ਰੱਖੋਗੇ, ਅਤੇ ਉਹਦੇ 'ਚ ਫਿਰ ਤੁਹਾਨੂੰ ਹੋਣਾ ਹੀ ਹੋਣਾ ਹੈ। ਅਤੇ ਇਸ ਲਈ ਇਹ ਇਲਤਜਾ ਹੈ, ਬਿਨਤੀ ਹੈ, ਰਿਕੁਐਸਟ ਹੈ ਕਿ ਇਹ ਨਾ ਕਰੋ। Okay, great. Thank you so much. And also, if you'd just like to share with the viewers that if they have any questions, they can send them in, they can email them, they can comment on your YouTube page. ਜੀ, ਉਹ ਆਖਰ ਦੇ ਵਿੱਚ ਇਹੀ ਹੈ ਪੈਗਾਮ ਕਿ ਅਗਰ ਤੁਹਾਡੇ ਕੋਲ ਕੋਈ ਸਵਾਲ ਨੇ ਇਸ ਦੇ ਬਾਰੇ ਦੇ ਵਿੱਚ, ਤੁਸੀਂ ਕੋਈ ਗੱਲ ਕਰਨਾ ਚਾਹ ਰਹੇ ਹੋ, ਪੁੱਛਣਾ ਚਾਹ ਰਹੇ ਹੋ, ਸਵਾਲ ਕਰਨਾ ਚਾਹ ਰਹੇ ਹੋ, ਤੇ ਜ਼ਰੂਰ ਭੇਜੋ। ਔਰ Even if it's like psychology related or ਹਾਂ, anything. ਕਿਉਂਕਿ ਬੇਸਿਕਲੀ ਇਹ ਵੀਡੀਓਜ਼ ਦਾ ਮਕਸਦ ਜਿਹੜਾ ਹੈ ਨਫਸੀਆਤੀ ਔਰ ਦਿਮਾਗੀ ਜਿਹੜੇ ਮਸਾਇਲ ਪੈਦਾ ਹੋ ਜਾਂਦੇ ਨੇ ਜਾਂ ਪਰੇਸ਼ਾਨੀ ਦੇ, ਉਹਨਾਂ ਨੂੰ ਕਿਸ ਤਰ੍ਹਾਂ ਦੇਖਿਆ ਜਾਏ, ਕਿਉਂਕਿ ਕੰਟਰੋਲ ਤਾਂ ਦਿਮਾਗ ਨੇ ਕਰਨਾ ਸਾਰਾ ਕੁਛ, ਔਰ ਜਿਹੜਾ ਪਰੇਸ਼ਾਨੀ ਹੈ ਉਹ ਵੀ ਦਿਮਾਗ ਦੇ ਨਾਲ ਹੀ ਹੈ। ਅਤੇ ਇਸ ਲਈ ਜੋ ਵੀ ਦਿਲ ਚਾਹੁੰਦਾ ਪੁੱਛੋ। Thank you.